ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੁੱਦਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅੱਜ ਅਸੀਂ ਗੱਲ ਕਰਾਂਗੇ ਪੂਰੀ ਦੁਨੀਆ ਦੀ ਇਕਨੋਮੀ ਬਾਰੇ ਤੇ ਸਟਾਰਟ ਕਰਾਂਗੇ ਅਮਰੀਕਨ ਇਕਨੋਮੀ ਤੋਂ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਇਕਨੋਮਿਸਟ ਰਾਜੀਵ ਖੋਸਲਾ। ਬਹੁਤ-ਬਹੁਤ ਸਵਾਗਤ ਤੁਹਾਡਾ ਮੁੱਦਾ ਦੇ ਵਿੱਚ ਰਾਜੀਵ ਜੀ। ਮਿਹਰਬਾਨੀ ਜੀ ਖੰਨਾ ਸਾਹਿਬ, ਸਾਰੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਸਵਾਗਤ। ਰਿਸੈਸ਼ਨ ਦਾ ਸਾਨੂੰ ਸਭ ਨੂੰ ਹੀ ਪਤਾ ਕਿ ਪੂਰੀ ਦੁਨੀਆ ਦੇ ਵਿੱਚ ਚੱਲਦਾ ਪਿਆ। ਹਜੇ ਤੱਕ ਇਕਨੋਮੀ ਪੂਰੀ ਦੁਨੀਆ ਦੀ ਨਹੀਂ ਸੰਭਲੀ। ਕਿਤੇ ਬੈਂਕ ਫੇਲ ਹੋ ਰਹੇ ਨੇ, ਕਿਤੇ ਬੈਂਕ ਘਾਟੇ ਵਿੱਚ ਜਾ ਰਹੇ ਨੇ। ਯਾਨੀ ਕਿ ਪੂਰੀ ਦੁਨੀਆ ਦੀ ਅਰਥ ਵਿਵਸਥਾ ਮੁੜ ਤੋਂ ਉਹਨਾਂ ਟਰੈਕਸ 'ਤੇ ਨਹੀਂ ਆ ਰਹੀ ਜਿੰਨਾ ਟਰੈਕਸ ਤੋਂ ਅਸੀਂ ਉਮੀਦ ਕਰਦੇ ਸੀ ਕਿ ਕੋਵਿਡ ਤੋਂ ਬਾਅਦ ਆ ਜਾਏਗੀ। ਫਿਲਹਾਲ ਆਪਾਂ ਗੱਲ ਕਰਾਂਗੇ ਇਕਨੋਮੀ ਜੋ ਅਮਰੀਕਾ ਦੀ ਹੈ। 2023 ਦੀ ਜੋ ਪਹਿਲੀ ਛਮਾਈ ਬੀਤ ਚੁੱਕੀ ਹੈ, ਹੁਣ ਸੈਕਿੰਡ ਛਮਾਈ ਸ਼ੁਰੂ ਹੋਣ ਵਾਲੀ ਹੈ। ਰਿਸੈਸ਼ਨ ਨੂੰ ਕਿੱਥੋਂ ਤੱਕ ਕੰਟਰੋਲ ਕਰ ਸਕੇ ਨੇ ਅਮਰੀਕਾ ਦੇ ਇਕਨੋਮਿਸਟ ਰਾਜੀਵ ਜੀ? ਖੰਨਾ ਸਾਹਿਬ, ਬੜੀ ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਦੇ ਵਿੱਚ ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਿਹੜਾ ਮੰਦਵਾੜਾ ਹੈ, ਜਿਹੜਾ ਰਿਸੈਸ਼ਨ ਹੈ, ਉਹ ਨਹੀਂ ਆ ਰਿਹਾ। ਇਸ ਵੇਲੇ ਜਿਹੜਾ ਜੈਰੋਮ ਪਾਵਲ ਹੈਗੇ ਨੇ, ਜਿਹੜੇ ਅਮਰੀਕਾ ਦੇ ਫੈਡਰਲ ਬੈਂਕ ਦੇ ਮੁਖੀ ਨੇ, ਉਹ ਚਾਹੁੰਦੇ ਨੇ ਵੀ ਵਿਆਜ ਨੂੰ ਕਿਸੇ ਤਰੀਕੇ ਦੇ ਨਾਲ ਉੱਤੇ ਕਰਕੇ ਅਮਰੀਕਾ ਦੇ ਵਿੱਚ ਜਿਹੜੀ ਗਰੋਥ ਹੈ ਉਹਨੂੰ ਠੱਪਿਆ ਜਾਵੇ। ਕਿਉਂਕਿ ਜਦੋਂ ਗਰੋਥ ਠੱਪੀ ਜਾਏਗੀ, ਆਪਣੇ ਆਪ ਜਦੋਂ ਵਿਕਾਸ ਨਹੀਂ ਹੋਏਗਾ, ਜਦੋਂ ਬੇਰੁਜ਼ਗਾਰੀ ਵਧੇਗੀ, ਤਾਂ ਆਪਣੇ ਆਪ ਇੱਕ ਮੰਦਵਾੜੇ ਦਾ ਜਿਹੜਾ ਚੱਕਰ ਹੈ ਉਹ ਸ਼ੁਰੂ ਹੋ ਜਾਏਗਾ। ਲੇਕਿਨ 5.25% ਦੀ ਵਿਆਜ ਵਧਾਉਣ ਦੇ ਬਾਵਜੂਦ 2022 ਤੋਂ ਲੈ ਕੇ ਹੁਣ ਤੱਕ ਪਿਛਲੀ 26 ਜੁਲਾਈ ਨੂੰ ਵੀ ਅਸੀਂ ਦੇਖਿਆ ਕਿ ਅਮਰੀਕਾ ਨੇ 0.25% ਦੇ ਨਾਲ ਵਿਆਜ ਵਧਾਇਆ। ਟੋਟਲ 5.25% ਵਿਆਜ ਵਧਣ ਦੇ ਬਾਵਜੂਦ ਅਮਰੀਕਾ ਦੀ ਇਕਨੋਮੀ ਦੇ ਵਿੱਚ ਉੱਥੇ ਜਿਹੜਾ ਅਰਥਚਾਰਾ ਹੈ ਉਹਦੇ ਵਿੱਚ ਕਿਸੇ ਵੀ ਤਰੀਕੇ ਦਾ ਮੰਦਵਾੜਾ ਦੇਖਣ ਨੂੰ ਨਹੀਂ ਮਿਲ ਰਿਹਾ। ਇਹ ਬੜੀ ਹੈਰਾਨੀ ਦੀ ਗੱਲ ਹੈ। ਅਮਰੀਕਾ ਵਾਲੇ ਚਾਹੁੰਦੇ ਨੇ ਕਿ ਸਾਨੂੰ ਕਿਸੇ ਤਰੀਕੇ ਨਾਲ ਰਿਸੈਸ਼ਨ ਜਿਹੜਾ ਆਵੇ ਤਾਂ ਕਿ ਕੀਮਤ ਵਿਆਜ ਜਿਹੜੇ ਨੇ ਅਲਟੀਮੇਟਲੀ ਥੱਲੇ ਕੀਤੇ ਜਾਣ। ਲੇਕਿਨ ਜਦੋਂ ਅਸੀਂ ਇਸ ਦੇ ਪੈਰਲਲ ਇਹ ਦੇਖਦੇ ਹਾਂ ਵੀ ਅਮਰੀਕਾ ਦਾ ਲੇਬਰ ਡਿਪਾਰਟਮੈਂਟ ਦਾ ਜਿਹੜਾ ਡਾਟਾ ਆਉਂਦਾ, ਉਹ ਕਹਿੰਦਾ ਵੀ ਜਿਹੜੇ ਲੋਕ ਅਨਇੰਪਲੋਇਮੈਂਟ, ਉੱਥੇ ਹਿੰਦੁਸਤਾਨ ਤੋਂ ਅਲੱਗਾ ਇੱਕ ਕੰਮ ਚੱਲਦਾ, ਉਹਨੂੰ ਕਹਿੰਦੇ ਆ, ਉਹ ਪਾਲਿਸੀ ਜਿਹੜੀ ਹੈ ਅਨਇੰਪਲੋਇਮੈਂਟ ਬੈਨੀਫਿਟ ਦਿੰਦੇ। ਜੇ ਕੋਈ ਬੰਦੇ ਅਨਇੰਪਲੋਇਡ ਹੋ ਜਾਂਦੇ ਆ ਤਾਂ ਉਹਨਾਂ ਨੂੰ ਬੈਨੀਫਿਟ ਮਿਲਦੇ, ਅਲਾਂਸਸ ਮਿਲਦੇ ਨੇ। ਉਹ ਜਿਹੜੇ ਭੱਤੇ ਨੇ ਉਹਦੇ ਵਾਸਤੇ ਲੋਕ ਅਪਲਾਈ ਨਹੀਂ ਕਰ ਰਹੇ। ਜੋ ਮੈਨੂੰ ਪਤਾ ਹੈ, ਪਿਛਲਾ ਜਿਹੜਾ ਡਾਟਾ ਆਇਆ ਉਹਦੇ ਹਿਸਾਬ ਦੇ ਨਾਲ 7000 ਲੋਕਾਂ ਨੇ ਐਤਕੀ ਅਪਲਾਈ ਕੀਤਾ ਸਿਰਫ, ਔਰ ਟੋਟਲ 2,21,000 ਲੋਕਾਂ ਨੇ ਉੱਥੇ ਅਪਲਾਈ ਕੀਤਾ ਅਨਇੰਪਲੋਇਮੈਂਟ ਬੈਨੀਫਿਟ ਦੇ ਲਈ ਇਸ ਸਾਲ ਤੱਕ। ਤਾਂ ਹੁਣ ਸਮੱਸਿਆ ਉੱਥੇ ਇਹ ਆ ਗਈ ਵੀ ਅਮਰੀਕਾ ਵਿਆਜ ਕਿੰਨਾ ਕੁ ਵਧਾ ਲੇਗਾ। ਉੱਥੇ ਅਨਇੰਪਲੋਇਮੈਂਟ ਜਿਹੜੀ ਹੈ ਉਹ ਨਹੀਂ ਹੋ ਰਹੀ। ਕਾਰਨ ਸਿਰਫ ਇੱਕ IT ਸੈਕਟਰ ਹੈ, ਇਨਫੋਰਮੇਸ਼ਨ ਐਂਡ ਟੈਕਨੋਲੋਜੀ ਖੇਤਰ ਦੀਆਂ ਜਿਹੜੀਆਂ ਕੰਪਨੀਆਂ ਨੇ, ਉੱਥੇ ਲੇਆਫਸ ਜ਼ਰੂਰ ਹੋਏ ਨੇ, ਉੱਥੇ EMPLOYEES ਦੀ ਫਾਇਰਿੰਗ ਜ਼ਰੂਰ ਹੋਈ ਹੈ। ਬਟ ਅਦਰਵਾਈਜ਼ ਅਮਰੀਕਾ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਅਨਇੰਪਲੋਇਮੈਂਟ ਨਹੀਂ ਵੱਧ ਰਹੀ। ਉਹ ਚਾਹੁੰਦੇ ਆ ਵੀ ਬੇਰੁਜ਼ਗਾਰੀ ਵਧੇ, ਉੱਥੇ ਨਹੀਂ ਵੱਧ ਰਹੀ। ਉਸਦਾ ਕਾਰਨ ਉਸ ਦੇ ਕਾਰਨ ਕੀ ਹੋ ਰਿਹਾ ਕਿ ਜਿਹੜਾ ਕੰਜ਼ਿਊਮਰ ਸੈਂਟੀਮੈਂਟ ਆ ਬੜਾ ਪੋਜ਼ਿਟਿਵ ਆ। ਲੋਕ ਜਿਹੜੇ ਨੇ ਮਾਰਕੀਟ ਦੇ ਵਿੱਚ ਜਾਂਦੇ ਆ, ਚੀਜ਼ਾਂ ਖਰੀਦੀ ਜਾ ਰਹੇ ਆ, ਕੰਪਨੀਆਂ ਬਣਾਉਂਦੀਆਂ ਨੇ ਚੀਜ਼ਾਂ, ਲੋਕਾਂ ਨੂੰ EMPLOYMENT ਦੇ ਰਹੀਆਂ। ਮੰਦਵਾੜਾ ਤਾਂ ਕਿਤੇ ਆ ਹੀ ਨਹੀਂ ਰਿਹਾ। ਸੋ ਇਹ ਬੜਾ ਪੈਰਾਡੌਕਸੀਕਲ ਸਿਚੁਏਸ਼ਨ ਹੈ ਵੀ ਏਡਾ ਵਿਆਜ ਵਧਾਉਣ ਦੇ ਬਾਵਜੂਦ US ਫੈਡਰਲ ਬੈਂਕ ਦੇ ਮੰਦਵਾੜਾ ਨਹੀਂ ਆ ਰਿਹਾ ਅਮਰੀਕਾ ਦੇ ਵਿੱਚ। ਰਾਜੀਵ ਜੀ, ਇੱਕ ਆਮ ਬੰਦਾ ਇਹ ਸਮਝੇਗਾ ਇਸ ਗੱਲ ਨੂੰ ਕਿ ਮੰਦਵਾੜਾ ਚਾਹੁੰਦੇ ਕਿਉਂ ਨੇ, ਕਿਉਂ ਮੰਦਵਾੜਾ ਆਉਣਾ ਚਾਹੀਦਾ? ਇਹ ਤਾਂ ਚੰਗੀ ਗੱਲ ਹੈ ਕਿ ਮੰਦੀ ਨਹੀਂ ਆਉਂਦੀ ਪਈ, ਬਟ ਬੈਨੀਫਿਟ ਕੀ ਹੈ ਮੰਦੀ ਆਉਣ ਦਾ? ਆਪਾਂ ਜੇ ਅਮਰੀਕਾ ਤੋਂ ਬਾਹਰ ਇਸ ਚੀਜ਼ ਨੂੰ ਦੇਖੀਏ, ਹਿੰਦੁਸਤਾਨ ਦੇ ਵਿੱਚ, ਚੀਨ ਦੇ ਵਿੱਚ, ਵੀਅਤਨਾਮ ਦੇ ਵਿੱਚ, ਥਾਈਲੈਂਡ ਦੇ ਵਿੱਚ, ਮਲੇਸ਼ੀਆ ਦੇ ਵਿੱਚ, ਇਹਨਾਂ ਮੁਲਕਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਜਿਹੜੀ ਵਿਆਜ ਜਿਹੜਾ ਹੈ, ਕਿਉਂਕਿ ਰਿਜ਼ਰਵ ਬੈਂਕ ਦਾ ਜਿਹੜਾ ਵੀ ਕੇਂਦਰੀ ਬੈਂਕ ਹੁੰਦਾ, ਉੱਥੇ ਦਾ ਕੰਮ ਇੱਕੋ ਹੀ ਹੁੰਦਾ, ਮੋਨਿਟਰੀ ਪਾਲਿਸੀ ਨੂੰ ਐਕਸਰਸਾਈਜ਼ ਕਰਨਾ। ਉਹਦੇ ਨਾਲ ਕੀ ਹੁੰਦਾ, ਵਿਆਜ ਨੂੰ ਵਧਾ ਕੇ ਇਹ ਮੰਦਵਾੜਾ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ। ਹੁਣ ਜੇ ਵਿਆਜ ਵੱਧ ਜਾਏਗਾ ਖੰਨਾ ਸਾਹਿਬ, ਜੇ ਵਿਆਜ ਵੱਧ ਜਾਏਗਾ ਤਾਂ ਸਾਰਾ ਜਿਹੜਾ ਅਰਥਚਾਰੇ ਦਾ ਚੱਕਰ ਹੈ ਉਹ ਘੁੰਮਣਾ ਬੰਦ ਹੋ ਜਾਏਗਾ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ। ਹੁਣ ਅਮਰੀਕਾ ਦੇ ਵਿੱਚ ਉਹ ਨਹੀਂ ਆ ਰਿਹਾ, ਲੇਕਿਨ ਇਹਦੇ ਰਿਜ਼ਲਟੈਂਟਲੀ ਹੋ ਕੀ ਰਿਹਾ ਕਿ ਦੂਜੇ ਪਾਸੇ
ਅਮਰੀਕਾ ਤਾਂ ਵਿਆਜ ਵਧਾਈ ਜਾ ਰਿਹਾ, ਬਾਕੀ ਮੁਲਕਾਂ ਨੂੰ ਵੀ ਉਹਦੇ ਨਾਲ ਵਿਆਜ ਵਧਾਉਣਾ ਪੈਂਦਾ। ਜੇ ਬਾਕੀ ਮੁਲਕ ਵਿਆਜ ਨਹੀਂ ਵਧਾਉਣਗੇ ਉੱਥੇ ਦੇ, ਜੇ ਹਿੰਦੁਸਤਾਨ ਦੇ ਲੋਕ ਵਿਆਜ ਨਹੀਂ ਵਧਾਉਣਗੇ, ਅਮਰੀਕਾ ਦੇ ਵਿੱਚ ਵਿਆਜ ਵਧੀ ਜਾ ਰਿਹਾ, ਤਾਂ ਇੱਥੋਂ ਦੀਆਂ ਸ਼ੇਅਰ ਮਾਰਕੀਟਾਂ ਜਿਹੜੀਆਂ ਕ੍ਰੈਸ਼ ਕਰ ਜਾਣਗੀਆਂ। ਚੀਨ ਦੀਆਂ ਸ਼ੇਅਰ ਮਾਰਕੀਟ ਕ੍ਰੈਸ਼ ਕਰ ਜਾਣਗੀਆਂ, ਜਾਪਾਨ, ਕੋਰੀਆ ਔਰ ਯੂਰਪ ਦੀਆਂ ਸ਼ੇਅਰ ਮਾਰਕੀਟਸ ਜਿਹੜੀਆਂ ਨੇ ਉਹ ਕ੍ਰੈਸ਼ ਕਰ ਜਾਣਗੀਆਂ। ਤਾਂ ਇਸ ਕਰਕੇ ਬਾਕੀ ਮੁਲਕਾਂ ਨੂੰ ਅਮਰੀਕਾ ਦੇ ਹਿਸਾਬ ਦੇ ਨਾਲ, ਅਮਰੀਕਾ ਦੇ ਕੇਂਦਰੀ ਬੈਂਕ ਦੇ ਹਿਸਾਬ ਦੇ ਨਾਲ ਆਪਣੇ ਵਿਆਜ ਵਧਾਉਣੇ ਪੈਂਦੇ ਆ। ਤਾਂ ਇਹ ਜਿਹੜੀ ਪ੍ਰੋਬਲਮ ਹੈ, ਜੇ ਹੁਣ ਅਮਰੀਕਾ, ਜੇ ਇੱਥੇ ਵਿਆਜ ਵੱਧਦਾ ਹੈ, ਇਹਨਾਂ ਮੁਲਕਾਂ ਦੇ ਵਿੱਚ ਜੇ ਵਿਆਜ ਵੱਧਦਾ ਤਾਂ ਇੱਥੇ ਬੇਰੁਜ਼ਗਾਰੀ ਵੱਧਦੀ ਹੈ, ਕਿਉਂਕਿ ਜਦੋਂ ਵਿਆਜ ਵੱਧ ਜਾਂਦਾ ਕੰਪਨੀਆਂ ਜਿਹੜੀਆਂ ਨੇ ਉਹ, ਉਹਨਾਂ ਨੂੰ ਵਿਆਜ ਮਹਿੰਗਾ ਮਿਲਦਾ, ਸਰਕਾਰਾਂ ਨੂੰ ਜਿਹੜੇ ਕਰਜ਼ੇ ਨੇ ਉਹ ਮਹਿੰਗੇ ਮਿਲਦੇ, ਸਾਰਾ ਕੰਮ ਤਾਂ ਕਰਜ਼ਿਆਂ ਦੇ ਉੱਤੇ ਚੱਲਦਾ। ਤਾਂ ਕੰਪਨੀਆਂ ਨੂੰ, ਸਰਕਾਰਾਂ ਨੂੰ ਜਿਹੜਾ ਕਰਜ਼ਾ ਮਹਿੰਗਾ ਹੋ ਜਾਂਦਾ, ਫਿਰ ਸਰਕਾਰਾਂ ਆਪਣਾ ਹੱਥ ਘੁੱਟ ਲੈਂਦੀਆਂ, ਕਿਉਂਕਿ ਇਹ ਮੋਟੇ ਕਰਜ਼ੇ ਵਾਪਸ ਵੀ ਕਰਨੇ ਪੈਂਦੇ ਨੇ। ਰਾਜੀਵ ਜੀ, ਮੈਨੂੰ ਇਹ ਸਮਝ ਆ ਰਹੀ ਹੈ ਕਿ ਆਮ ਆਦਮੀ ਦੀ ਕੀ ਹਾਲਤ ਹੈ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਿਰਫ ਆਪਣਾ ਕੰਪਲੈਕਸ ਸਿਸਟਮ ਜਿਹੜਾ ਬਿਜ਼ਨਸ ਦਾ ਬਣਾਇਆ ਹੋਇਆ ਹੈ, ਉਹ ਗੇਮ ਆਪਣੀ ਖੇਡਣੀ ਹੈ, ਆਪਣੇ ਆਪ ਦੇ ਪ੍ਰੋਫਿਟ, ਆਪਣੇ ਆਪ ਦੇ ਨੁਕਸਾਨ ਲੈ ਕੇ ਤੁਰਨਾ ਹੈ। ਆਮ ਲੋਕਾਂ ਨੂੰ ਕੀ ਫਾਇਦਾ, ਕੀ ਨੁਕਸਾਨ ਹੋ ਰਿਹਾ ਹੈ, ਇਹਦੀ ਕੋਈ ਪਰਵਾਹ ਨਹੀਂ, ਕਿਉਂਕਿ ਇਹ ਜਿਹੜਾ ਸਾਰਾ ਫਾਈਨੈਂਸ਼ੀਅਲ ਸਿਸਟਮ ਹੈ ਇੰਨਾ ਕੰਪਲੈਕਸ ਬਣਾਇਆ ਇਹਨਾਂ ਨੇ, ਜਿਹੜਾ ਕਿਸੇ ਨੂੰ ਵੀ ਸਮਝ ਨਹੀਂ ਆਏਗਾ। ਸਿਰਫ ਇਹ ਗੇਮ ਖੇਡਣ ਵਾਲਿਆਂ ਨੂੰ, ਉੱਪਰਲੇ ਲੋਕਾਂ ਨੂੰ ਹੀ ਸਮਝ ਆਉਂਦਾ ਹੈ, ਜਿਹੜੇ ਇਸ ਗੇਮ ਦੇ ਵਿੱਚ ਆਪਣੀ ਆਪਣੀ ਗੇਮ ਖੇਡਦੇ ਪਏ ਨੇ। ਉਹੀ ਮੁਲਕਾਂ ਦਾ ਹਾਲ ਹੈ, ਉਹੀ ਕਰੰਸੀ ਦੀ ਵੈਲਿਊ ਰੱਖੀ ਜਾਂਦੀ ਹੈ, ਉਹੀ ਗੋਲਡ ਦੀ ਵੈਲਿਊ ਰੱਖੀ ਜਾਂਦੀ ਹੈ। ਇਹ ਸਭ ਕੁਝ ਮੈਨੀਪੂਲੇਸ਼ਨਸ ਨੇ, ਜਿੱਥੋਂ ਤੱਕ ਸਾਨੂੰ ਸਭ ਨੂੰ ਸਮਝ ਆਉਂਦੀ ਆ। ਕਿਉਂਕਿ ਦੇਖਿਆ ਜਾਵੇ ਤੇ ਅੱਜ ਹਰ ਦੇਸ਼ ਇੱਕ ਪ੍ਰੋਫਿਟ ਅਰਨਿੰਗ ਕੰਪਨੀ ਬਣ ਚੁੱਕਾ ਹੈ, ਇੱਕ ਕਾਰਪੋਰੇਟ ਬਣ ਚੁੱਕਾ ਹੈ। ਦੇਸ਼ ਵਾਲੀ ਪਰਿਭਾਸ਼ਾ ਨਹੀਂ ਰਹਿ ਗਈ। ਦੇਸ਼ ਦੀ ਪਰਿਭਾਸ਼ਾ ਤਾਂ ਇੰਨੀ ਹੈ ਕਿ ਅਮਰੀਕਾ ਦੀ ਪਰਿਭਾਸ਼ਾ ਹੈ ਅਮਰੀਕਨ ਡਾਲਰ, ਇੰਡੀਆ ਦੀ ਪਰਿਭਾਸ਼ਾ ਹੈ ਇੰਡੀਅਨ ਰੁਪੀ। ਇਹ ਸਾਰੀਆਂ ਕੰਟਰੀਜ਼ ਨੇ, ਜੈਪਨੀਜ਼ ਯੈਨ, ਯੂਰੋ, ਇਹ ਹੈ ਕੰਟਰੀਜ਼ ਦੇ ਨਾਮ। ਇਹ ਬਾਕੀ ਜਿਹੜੀਆਂ ਕੰਟਰੀਜ਼ ਨੇ ਜਿਹਨੂੰ ਅਸੀਂ ਡੈਮੋਕ੍ਰੇਸੀ ਕਹਿੰਦੇ ਆ, ਇਹ ਸ਼ਾਇਦ ਪ੍ਰੈਕਟੀਕਲੀ ਐਗਜ਼ਿਸਟ ਨਹੀਂ ਕਰਦੀ। ਪ੍ਰੈਕਟੀਕਲੀ ਇੱਕ ਬਿਜ਼ਨਸ ਐਗਜ਼ਿਸਟ ਕਰਦਾ ਹੈ ਔਰ ਪੂਰੀ ਦੁਨੀਆ ਇੱਕ ਕਾਰਪੋਰੇਟ ਬਣ ਚੁੱਕੀ ਹੈ। ਪੂਰੀ ਦੁਨੀਆ ਕਾਰਪੋਰੇਸ਼ਨਸ ਬਣ ਚੁੱਕੀ ਹੈ ਜੋ ਬਿਜ਼ਨਸ ਲਾਜ਼ ਦੇ ਉੱਤੇ ਹੀ ਮੂਵ ਕਰਦੀ ਹੈ, ਜੋ ਵਪਾਰ ਦੇ ਨਿਯਮਾਂ ਦੇ ਉੱਤੇ ਹੀ ਚੱਲਦੀ ਹੈ। ਤਾਂ ਇਹ ਸਿਸਟਮ ਉਹਨਾਂ ਨੂੰ ਹੀ ਸਮਝ ਆਉਂਦਾ ਜਿਹੜੀਆਂ ਇਹ ਗੇਮਸ ਖੇਡਦੇ ਨੇ। ਐਮ ਆਈ ਰਾਈਟ ਰਾਜੀਵ ਜੀ? ਖੰਨਾ ਸਾਹਿਬ, ਬਾਕੀ ਤਾਂ ਸਾਰੀ ਚੀਜ਼ ਤੇ ਮੈਂ ਤੁਹਾਡੇ ਨਾਲ ਸਹਿਮਤ ਹਾਂ। ਇੱਕ ਪੁਆਇੰਟ ਨੂੰ ਛੱਡ ਕੇ ਦੇਖੋ, ਆਮ ਲੋਕਾਂ ਨੂੰ ਵੀ ਇਹਦਾ ਜਿਹੜਾ ਕਿਤੇ ਨਾ ਕਿਤੇ ਇਹਦਾ ਨਤੀਜਾ ਜਿਹੜਾ ਭੁਗਤਣਾ ਪੈਂਦਾ। ਕੋਈ ਵੀ ਇਕਨੋਮਿਕ ਪਾਲਿਸੀ ਕਿਤੇ ਵੀ ਚੇਂਜ ਹੁੰਦੀ ਹੈ, ਉਹਦਾ ਆਮ ਲੋਕਾਂ ਦੇ ਉੱਤੇ ਬਿਲਕੁਲ ਫਰਕ ਪੈਂਦਾ। ਜੇ ਹੁਣ ਵਿਆਜ ਵੱਧ ਜਾਂਦਾ ਤਾਂ ਲੋਕਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ। ਅਸੀਂ ਆਲਰੇਡੀ ਦੇਖ ਰਹੇ ਹਾਂ ਹਿੰਦੁਸਤਾਨ ਦੇ ਵਿੱਚ ਤਾਂ ਕੀ ਹੈ ਵੀ ਜਦੋਂ ਵਿਆਜ ਘੱਟ ਵੀ ਸੀਗੇ, ਲੋਕਾਂ ਨੇ ਜਿਹੜੀਆਂ ਵੱਡੀਆਂ ਕੰਪਨੀਆਂ, ਅਸੀਂ ਅਦਾਨੀ ਵਰਗੇ ਅਦਾਰੇ ਦੇਖੇ, ਅਦਾਨੀ, ਰਿਲਾਇੰਸ, ਇਦਾਂ ਦੀਆਂ, ਜਾਂ ਈਵਨ ਸਰਕਾਰਾਂ, ਇਹ ਬਾਹਰੋਂ ਦੀ ਕਰਜ਼ੇ ਲੈਂਦੀਆਂ ਨੇ, ਕਿਉਂਕਿ ਬਾਹਰ ਸਸਤਾ ਬਹੁਤ ਜ਼ਿਆਦਾ ਹੈ। ਉੱਥੇ 2%, 1%, 0% ਤੇ ਵੀ ਵਿਆਜ ਮਿਲ ਜਾਂਦਾ ਹੈ। ਹਿੰਦੁਸਤਾਨ ਦੇ ਵਿੱਚ ਤਾਂ 5-6% ਤੇ ਪਹਿਲਾਂ ਵੀ ਸੀ, ਜਾਂ 4 ਤੇ ਸੀਗਾ। ਲੇਕਿਨ ਹੁਣ ਜਦੋਂ ਬਾਹਰ ਵੀ ਵਧਣੇ ਬੰਦ ਹੋ ਜਦੋਂ ਵਧਣੇ ਸ਼ੁਰੂ ਹੋ ਜਾਂਦੇ ਆ ਕਰਜ਼ੇ, ਤਾਂ ਹਿੰਦੁਸਤਾਨ 'ਚ ਤਾਂ ਉਸ ਤੋਂ ਜ਼ਿਆਦਾ ਵੱਧ। ਅੱਜ ਜਿਹੜਾ ਹੋਮ ਲੋਨ ਹੈ ਉਹ 10 ਤੋਂ 12% ਵਧੇਗਾ। ਜੇ ਅਮਰੀਕਾ ਦੇ ਵਿੱਚ 5%, 5.25% ਵਿਆਜ ਦੀ ਦਰ ਹੈ, ਹਿੰਦੁਸਤਾਨ ਦੇ ਵਿੱਚ 8-9% ਵਿਆਜ ਦੀ ਦਰ ਹੈ। ਤਾਂ ਉਹਦੇ ਨਾਲ ਕੀ ਹੁੰਦਾ, ਆਮ ਲੋਕਾਂ ਨੂੰ ਨਹੀਂ ਰਾਹਤ ਮਿਲਦੀ, ਨੌਕਰੀਆਂ ਨਹੀਂ ਮਿਲਦੀਆਂ। ਸੋ ਆਮ ਲੋਕ ਇਹਦੇ ਨਾਲ ਕਿਤੇ ਨਾ ਕਿਤੇ ਬੰਨੇ ਗਏ ਨੇ। ਬਿਲਕੁਲ ਠੀਕ ਹੈ। ਇਹ ਸਾਰਾ ਕਰਜ਼ਿਆਂ ਦਾ ਹੀ ਚੱਕਰ ਹੈ, ਲੋਨ ਦੇ ਨਾਲ ਹੀ ਸਭ ਕੁਝ ਹੈ। ਕਿੰਨਾ ਦੇਣਾ, ਕਿੰਨਾ ਨਹੀਂ ਦੇਣਾ, ਕਿੰਨਾ ਲੈਣਾ, ਕਿੰਨਾ ਨਹੀਂ ਲੈਣਾ, ਇਹ ਸਭ ਕਰਜ਼ਿਆਂ ਦੇ ਚੱਕਰ ਨੇ। ਕਿਉਂਕਿ ਬਿਜ਼ਨਸ ਹਮੇਸ਼ਾ ਲੋਨ ਤੇ ਹੁੰਦਾ ਹੈ ਔਰ ਉਹੀ ਸਫਲ ਬਿਜ਼ਨਸਮੈਨ ਹੈ, ਉਹੀ ਸਿਆਣਾ ਬਿਜ਼ਨਸਮੈਨ ਆ ਜਿਹੜਾ ਦੂਜਿਆਂ ਦੇ ਪੈਸੇ ਦੇ ਉੱਤੇ ਗੇਮ ਖੇਡੇ। ਸੋ ਅਸੀਂ ਇੱਕ ਛੋਟੀ ਜਿਹੀ ਗੱਲ ਜਾਣਦੇ ਹਾਂ। ਸੋ ਇਹ ਲੋਨ ਦਾ ਚੱਕਰ ਹੈ। ਖੈਰ, ਲੋਨ ਦੇ ਚੱਕਰ ਚੱਲਦੇ ਰਹਿਣਗੇ ਔਰ ਅੱਗੇ ਜਿਹੜੇ ਚੱਕਰ ਚੱਲਦੇ ਪਏ ਨੇ ਇਸ ਵਕਤ, ਅਮਰੀਕਾ ਦਾ ਸਪੋਰਟ ਕਰਨਾ ਯੂਕਰੇਨ ਨੂੰ, ਔਰ ਯੂਕਰੇਨ ਤੇ ਰਸ਼ੀਆ ਦਾ ਯੁੱਧ 1 ਸਾਲ ਤੋਂ ਉੱਤੇ ਹੋ ਗਿਆ, ਕਿਉਂਕਿ ਅਮਰੀਕਾ ਰਿਪਰੈਜ਼ੈਂਟ ਕਰਦਾ ਹੈ ਨਾਟੋ ਕੰਟਰੀਜ਼ ਨੂੰ। ਸੋ ਰਸ਼ੀਆ ਦੀ ਆਪਾਂ ਗੱਲ ਕਰਾਂਗੇ। ਇੱਕ ਡੀਲ ਬਹੁਤ ਜ਼ਬਰਦਸਤ, ਕਿਉਂਕਿ ਲੋਕਾਂ ਨੂੰ ਤੇ ਰੋਟੀ ਚਾਹੀਦੀ ਹੈ, ਖਾਣ ਵਾਸਤੇ, ਪੀਣ ਵਾਸਤੇ ਪਾਣੀ ਚਾਹੀਦਾ ਹੈ, ਆਬੋ ਹਵਾ ਚਾਹੀਦੀ ਹੈ, ਉਹਨਾਂ ਨੂੰ ਆਪਣੇ ਪਰਿਵਾਰ ਨਾਲ ਸਕੂਨ ਨਾਲ ਰਹਿਣ ਵਾਲਾ ਜੀਵਨ ਚਾਹੀਦਾ। ਪਰ ਇਹ ਜਿਹੜੀ ਪੋਲਿਟਿਕਸ ਹੈ, ਇਹਦਾ ਆਪਣਾ ਇੱਕ ਗੇਮ ਹੈ, ਇਹਦੇ ਆਪਣਾ ਇੱਕ ਮਜ਼ਾ ਹੈ ਜੋ ਇਹ ਚੱਲਦਾ ਰਹਿੰਦਾ। ਮਜ਼ਾ ਇਸ ਕਰਕੇ ਕਿਉਂਕਿ ਜਿਹੜੇ ਇਸ ਗੇਮ ਨੂੰ ਖੇਡਦੇ ਨੇ ਉਹ ਆਪਣਾ ਮਜ਼ਾ ਲੈਂਦੇ ਨੇ। ਸੋ ਰਸ਼ੀਆ ਨੇ ਇੱਕ ਡੀਲ ਸਾਈਨ ਕੀਤੀ ਸੀ, ਬਲੈਕ ਸੀ ਗ੍ਰੇਨ ਡੀਲ, ਉਹ ਛੱਡ ਦਿੱਤੀ ਹੈ। ਹੁਣ ਉਸ ਡੀਲ ਨੂੰ ਛੱਡਣ ਦਾ ਕੀ ਕਾਰਨ ਹੈ? ਇਹ ਯੁੱਧ ਹੀ ਹੈ ਜਾਂ ਕੋਈ ਹੋਰ ਕਾਰਨ ਹੈ ਰਾਜੀਵ ਜੀ? ਦੇਖੋ ਜੀ, ਜਿਹੜੀ ਬਲੈਕ ਸੀ ਗ੍ਰੇਨ ਡੀਲ ਸੀਗੀ, ਜਿਹੜਾ ਰਸ਼ੀਆ ਹੈ ਉਹਨੇ ਉਹਨੂੰ
ਉਹਦੇ ਵਾਸਤੇ ਕਰਨ ਵਾਸਤੇ ਵੀ ਸਹਿਮਤੀ ਬਣਾਉਣੀ ਪਈ ਸੀ। ਔਰ ਇਹ ਸਹਿਮਤੀ ਬਣਾਉਣ ਦੇ ਲਈ ਯੂਨਾਈਟਿਡ ਨੇਸ਼ਨਸ ਦੇ ਨਾਲ ਜਿਹੜਾ ਰੋਲ ਪਲੇ ਕੀਤਾ ਸੀ ਉਹ ਕੀਤਾ ਸੀ ਟਰਕੀ ਨੇ। ਜਿਹੜਾ ਟਰਕੀ ਦਾ ਰਾਸ਼ਟਰਪਤੀ ਹੈ ਉਹ ਰਾਸ਼ਟਰਪਤੀ ਪੁਤਿਨ ਦੇ ਨਾਲ ਰੂਸ ਦੇ ਵਿੱਚ ਮਿਲੇ। ਉਹਨਾਂ ਨੇ ਰਲ ਕੇ ਇਹ ਕਿਹਾ ਵੀ ਜਿਹੜਾ ਇੱਥੋਂ ਬਲੈਕ ਸੀ, ਜਿਹੜਾ ਕਾਲਾ ਸਮੁੰਦਰ ਹੈ, ਉੱਥੋਂ ਜਿਹੜਾ, ਕਿਉਂਕਿ ਰਸ਼ੀਆ ਔਰ ਯੂਕਰੇਨ ਦੇ ਵਿੱਚੋਂ ਦੀ ਕਣਕਾਂ, ਸੂਰਜਮੁਖੀ ਦਾ ਤੇਲ, ਜਿਹੜੇ ਮੈਟਲਸ ਹੈ, ਜਿਹੜਾ ਕਰੂਡ ਆਇਲ ਹੈ, ਜਿਹੜਾ ਮੱਕਾ ਹੈ, ਇਹ ਸਮਾਨ ਜਿਹੜਾ ਹੈ ਖਾਸ ਕਰਕੇ ਅਫਰੀਕਨ ਇਕੋਨਮੀਜ਼ ਵੱਲ ਨੂੰ ਜਾਂਦਾ ਹੈ ਜਾਂ ਮਿਡਲ ਈਸਟ ਇਕੋਨਮੀਜ਼ ਨੂੰ ਜਾਂਦਾ ਹੈ। ਤੇ ਜੇ ਰਸ਼ੀਆ ਉੱਥੇ ਟੈਂਕਰਸ ਦੇ ਉੱਤੇ ਜਾਂ ਕੰਟੇਨਰਸ ਜਿਹੜੇ ਚੱਲ ਰਹੇ ਆ, ਵੈਸਲਸ ਨੇ, ਸ਼ਿਪਸ ਨੇ, ਜੇ ਉਹਨਾਂ ਦੇ ਉੱਤੇ ਅਟੈਕ ਕਰਦਾ ਸੀ ਤਾਂ ਉਹ ਹੋਣਾ ਕੀ ਸੀਗਾ ਵੀ ਉਹਦੇ ਨਾਲ ਭੁੱਖਮਰੀ ਜਿਹੜੀ ਸੀ ਵੱਧ ਜਾਣੀ ਸੀਗੀ ਅਫਰੀਕਾ ਦੇ ਵਿੱਚ ਜਾਂ ਮਿਡਲ ਈਸਟ ਦੇ ਵਿੱਚ, ਕਿਉਂਕਿ ਉਹ ਆਪ ਨਹੀਂ ਇਹ ਪ੍ਰੋਡਿਊਸ ਕਰ ਸਕਦੇ, ਉੱਥੇ ਦੀ ਮਿੱਟੀ ਇੰਨੀ ਉਪਜਾਊ ਨਹੀਂ ਹੈ। ਸੋ ਜਿਹੜੀ ਬਲੈਕ ਸੀ ਗ੍ਰੇਨ ਡੀਲ ਸੀਗੀ, ਇਹ ਅਲਾਉ ਕੀਤੀ ਸੀਗੀ ਰਸ਼ੀਆ ਨੇ ਕਿ ਠੀਕ ਹੈ, ਮੈਂ ਕਿਸੇ ਵੀ ਸਮੁੰਦਰੀ ਜਹਾਜ਼ ਨੂੰ ਜਾਂ ਕਿਸੇ ਪੋਰਟ ਨੂੰ, ਜਿਹੜੀ ਬੰਦਰਗਾਹ ਬਣੀਆਂ ਹੋਈਆਂ ਜਿੱਥੋਂ ਇਹ ਜਹਾਜ਼ ਸਮਾਨ ਲੈ ਕੇ ਜਾਂਦੇ ਨੇ, ਉਹਨਾਂ ਨੂੰ ਨਹੀਂ ਟੱਚ ਕਰਾਂਗਾ, ਉੱਥੇ ਅਟੈਕ ਨਹੀਂ ਕਰੂੰਗਾ। ਹੁਣ ਕੀ ਹੋਇਆ, ਜਦੋਂ ਸਾਲ ਭਰ ਹੋ ਗਿਆ, ਇਹ ਪਿਛਲੇ ਸਾਲ ਦੀ ਗੱਲ ਹੈ, ਹੁਣ ਕੀ ਹੋਇਆ, 1 ਸਾਲ ਦੇ ਅੰਦਰ ਰਸ਼ੀਆ ਨੇ ਇਹ ਮਹਿਸੂਸ ਕੀਤਾ ਕਿ ਨਾਟੋ ਕੰਟਰੀਜ਼ ਜਿਹੜੀਆਂ ਨੇ ਉਹਨੂੰ ਲਗਾਤਾਰ ਯੂਕਰੇਨ ਨੂੰ ਸਮਾਨ ਦੇਈ ਜਾ ਰਹੀਆਂ ਯੁੱਧ ਦਾ, ਤਾਂ ਉਹ ਹੁਣ ਨੈਚੁਰਲੀ ਸਾਲ ਬਾਅਦ ਤਾਂ ਕੋਈ ਵੀ ਮੁਲਕ ਜਿਹੜਾ ਉਹ ਥੱਕ ਜਾਂਦਾ। ਹੁਣ ਉਹ ਜਿਹੜਾ ਰੂਸ ਹੈ ਉਹ ਵੀ ਥੱਕਿਆ ਹੋਇਆ, ਤਾਂ ਉਹਨੇ ਕੀ ਕੀਤਾ, ਹੁਣ ਉਹਨੇ ਆਪਣੇ ਆਪ ਨੂੰ ਬਲੈਕ ਜਿਹੜਾ ਸੀ ਗ੍ਰੇਨ ਡੀਲ ਹੈ ਉਹਦੇ ਤੋਂ ਪਰੇ ਕਰ ਲਿਆ ਵੀ ਨਹੀਂ ਭਾਈ, ਹੁਣ ਮੇਰੇ ਕੋਲ ਮੈਂ ਆਪਣਾ ਹਥਿਆਰ ਚੱਲੂਗਾ, ਤੁਸੀਂ ਹਟ ਨਹੀਂ ਰਹੇ ਹੋ, ਤੁਸੀਂ ਮੇਰੇ ਤੇ ਅਟੈਕ ਕਰ ਰਹੇ ਹੋ ਸਾਰੇ ਮੁਲਕ ਰਲ ਕੇ, ਤਾਂ ਮੇਰੇ ਕੋਲ ਹੁਣ ਕੋਈ ਰਸਤਾ ਨਹੀਂ ਹੈ। ਉਹ ਬੇਸਿਕਲੀ ਜੇ ਆਪਾਂ ਖੰਨਾ ਸਾਹਿਬ ਦੇ ਪਿੱਛੇ ਦੇਖੀਏ, ਉਹਨੇ ਆਪਣੇ ਆਪ ਨੂੰ 19 ਜਾਂ 20 ਜੁਲਾਈ ਨੂੰ ਆਪਣੇ ਆਪ ਨੂੰ ਜਿਹੜੀ ਬਲੈਕ ਸੀ ਗ੍ਰੇਨ ਡੀਲ ਹੈ ਇਹਦੇ ਤੋਂ ਪਿੱਛੇ ਖਿੱਚ ਲਿਆ। ਇਹਨੂੰ ਜੇ ਅਸੀਂ ਖੋਲ ਕੇ ਇਹਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਇਹਦੇ ਚੋਂ ਜੋ ਅਸਲ ਮੰਤਵ ਜਿਹੜਾ ਉਹਦਾ ਪਤਾ ਲੱਗਦਾ ਰੂਸ ਦਾ, ਉਹ ਇਹ ਲੱਗਦਾ ਕਿ ਰੂਸ ਜਿਹੜਾ ਹੁਣ ਆਪਣੀਆਂ ਕੰਡੀਸ਼ਨਸ ਲੈ ਕੇ ਜਾਏਗਾ, 5-6 ਕੰਡੀਸ਼ਨਸ ਲੈ ਕੇ, ਉਹਨੂੰ ਇਹ ਕਮਜ਼ੋਰੀ ਨਜ਼ਰ ਆਉਂਦੀ ਹੈ, ਉਹ 5-6 ਕੰਡੀਸ਼ਨਸ ਜਿਹੜੀਆਂ ਨੇ ਆਪਣੀਆਂ ਲੈ ਕੇ ਜਾਏਗਾ। ਪਹਿਲੀ ਕੰਡੀਸ਼ਨ ਉਹ ਲੈ ਕੇ ਜਾਏਗਾ ਵੀ ਮੇਰੇ ਤੇ ਸੈਂਕਸ਼ਨਸ ਹਟਾਓ, ਮੈਨੂੰ ਜਿਹੜਾ ਡਾਲਰ ਦੇ ਉੱਤੇ ਸੈਂਕਸ਼ਨਸ ਲੱਗੀਆਂ ਨੇ ਉਹ ਹਟਾਓ। ਇਦਾਂ ਉਹ ਆਪਣੀਆਂ ਕੰਡੀਸ਼ਨਸ ਲੈ ਕੇ ਜਾਏਗਾ, ਮੈਂ ਤਾਂ ਇਹ ਰਸਤਾ ਖੋਲੂੰਗਾ, ਨਹੀਂ ਤਾਂ ਮੈਂ ਇੱਥੋਂ ਦੀ ਜਹਾਜ਼ ਨਹੀਂ ਲੰਘਣ ਦੇਣੇ। ਸੋ ਇਹ ਇੱਕ ਹੈ। ਔਰ ਦੂਸਰੀ ਚੀਜ਼ ਇਹਦੇ ਨਾਲ ਜਿਹੜੀ ਜੁੜਦੀ ਹੈ, ਹਿੰਦੁਸਤਾਨ ਦੇ ਵਿੱਚੋਂ ਦੀ ਉਹ ਪੁਆਇੰਟ ਆਉਂਦਾ ਕਿ ਹਿੰਦੁਸਤਾਨ ਨੇ ਪਿਛਲੇ ਦਿਨੀ 4-5 ਦਿਨ ਪਹਿਲਾਂ ਪ੍ਰਧਾਨ ਮੰਤਰੀ ਜੀ ਨੇ ਜਾਂ ਸਰਕਾਰ ਨੇ ਇਹ ਇੱਕ ਫੈਸਲਾ ਕੀਤਾ ਕਿ ਅਸੀਂ ਜਿਹੜਾ ਚਾਵਲ ਹੈ ਹਿੰਦੁਸਤਾਨ ਦਾ ਨਾਨ ਬਾਸਮਤੀ ਚਾਵਲ ਜਿਹੜਾ ਉਹਦਾ ਐਕਸਪੋਰਟ ਬੈਨ ਕਰਤਾ, ਕਿਉਂਕਿ ਹਿੰਦੁਸਤਾਨ ਦੇ ਵਿੱਚ ਐਤਕੀ ਮੌਨਸੂਨ ਜਿਹੜਾ ਬਹੁਤ ਅਨਈਵਨ ਆ ਰਿਹਾ, ਕਿਸੇ ਪਾਸੇ ਬਹੁਤ ਜ਼ਿਆਦਾ ਫਲੱਡਸ ਹੋ ਚੁੱਕੇ ਹੈ, ਕਿਤੇ ਕਿਤੇ ਬਿਲਕੁਲ ਸੁੱਕਾ ਪਿਆ ਹੋਇਆ। ਤਾਂ ਇਸ ਕਰਕੇ ਅਸੀਂ ਆਪਣੇ ਘਰ ਨੂੰ ਦੇਖਣ ਦੇ ਲਈ, ਇੱਥੇ ਕੀਮਤਾਂ ਨੂੰ ਕੰਟਰੋਲ ਕਰਨ ਦੇ ਲਈ ਜਿਹੜਾ ਨਾਨ ਬਾਸਮਤੀ ਚਾਵਲ ਹੈ ਉਹਦਾ ਐਕਸਪੋਰਟ ਜਿਹੜਾ ਬੰਦ ਕਰਤਾ ਹੈ। ਲੇਕਿਨ ਅਸੀਂ ਇਹਦਾ ਜਦੋਂ ਵਿਸ਼ਲੇਸ਼ਣ ਕਰਦੇ ਹਾਂ ਅੱਗੇ ਜਾ ਕੇ ਤਾਂ ਪਤਾ ਲੱਗਦਾ ਕਿ ਹਿੰਦੁਸਤਾਨ ਜਿਹੜਾ 40% ਸਾਰੇ ਮੁਲਕਾਂ ਦਾ ਜਿੰਨਾ ਐਕਸਪੋਰਟ ਹੁੰਦਾ ਚਾਵਲ, ਉਹਦੇ ਚੋਂ 40% ਜਿਹੜਾ ਐਕਸਪੋਰਟ ਹੁੰਦਾ ਚਾਵਲ ਤੋਂ ਹਿੰਦੁਸਤਾਨ ਦੇ ਵਿੱਚੋਂ ਦੀ ਹੁੰਦਾ। ਸੋ ਇਹ ਇੱਕ ਬਹੁਤ ਵੱਡੀ ਸੱਟ ਹੈ। ਇੱਕ ਪਾਸੇ ਤਾਂ ਰਸ਼ੀਆ ਉਹਦੇ ਚੋਂ ਰਸ਼ੀਆ ਬਲੈਕ ਸੀ ਗ੍ਰੇਨ ਡੀਲ ਚੋਂ ਬਾਹਰ ਹੋ ਜਾਂਦਾ, ਦੂਜੇ ਪਾਸੇ ਹਿੰਦੁਸਤਾਨ ਦਾ ਜਿਹੜਾ ਚਾਵਲ ਹੈ ਉਹ ਵੀ ਜਾਣਾ ਬੰਦ ਹੋ ਜਾਂਦਾ। ਜਿਹੜੀ ਕਣਕਾਂ ਨੇ ਉਹ ਆਲਰੇਡੀ ਕਿਤੇ ਨਾ ਕਿਤੇ ਸ਼ਾਰਟੇਜ ਦੇ ਵਿੱਚ ਪਈਆਂ ਨੇ। ਸੋ ਅਲਟੀਮੇਟਲੀ ਹੋ ਕੀ ਰਿਹਾ ਹੈ ਕਿ ਵਿਸ਼ਵ ਭਰ ਦੇ ਵਿੱਚ ਫੂਡ ਇਨਫਲੇਸ਼ਨ ਦਾ ਖਤਰਾ ਫੈਲ ਗਿਆ ਔਰ ਸਟਾਰਵੇਸ਼ਨ, ਭੁੱਖਮਰੀ ਜਿਹੜੀ ਹੈ ਉਹਦੇ ਨਾਲ ਮੌਤਾਂ ਦਾ ਜਿਹੜਾ ਹੈ ਉਹ ਚਾਂਸ ਬਣ ਰਿਹਾ। ਇਸ ਕਰਕੇ ਜਿਹੜੀ ਪਿੱਛੇ IMF ਨੇ ਵੀ 2-3 ਦਿਨ ਪਹਿਲਾਂ ਕਿਹਾ, ਇੰਟਰਨੈਸ਼ਨਲ ਮੋਨਿਟਰੀ ਫੰਡ ਨੇ, ਬਈ ਇੰਡੀਆ ਜਿਹੜਾ ਹੈ ਇਸ ਚੀਜ਼ ਨੂੰ ਰਿਵੋਕ ਕਰੇ, ਆਪਣਾ ਬੈਨ ਜਿਹੜਾ ਇਹਨੂੰ ਰਿਵੋਕ ਕਰੇ, ਨਾ ਇਸ ਬੈਨ ਦੇ ਨਾਲ ਲੱਗੇ ਜਾਵੇ, ਤਾਂ ਕਿ ਵਰਲਡ ਓਵਰ ਲੋਕਾਂ ਦੀਆਂ ਮੌਤਾਂ ਜਿਹੜੀਆਂ ਨੇ ਉਹ ਭੁੱਖਮਰੀ ਨਾਲ ਨਾ ਹੋਣ। ਸੋ ਇਹ ਬਲੈਕ ਸੀ ਗ੍ਰੇਨ ਡੀਲ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਲੋਕਾਂ ਦੀਆਂ ਮੌਤਾਂ ਭੁੱਖਮਰੀ ਕਰਕੇ ਨਾ ਹੋਣ ਔਰ ਲੋਕਾਂ ਨੂੰ ਖੁਰਾਕ ਮਿਲਦੀ ਰਹੇ। ਸੋ ਅਮਰੀਕਾ ਦੇ ਵਿੱਚ ਵੀ ਕਹਿੰਦੇ ਨੇ ਕਿ ਚਾਵਲ ਦੇ ਰੇਟ ਵੱਧਦੇ ਪਏ ਨੇ ਕਿਉਂਕਿ ਇੰਡੀਆ ਵਾਲਿਆਂ ਨੇ ਚੌਲ ਦੇਣਾ ਬੈਨ ਕਰ ਦਿੱਤਾ, ਜਿਸ ਤਰ੍ਹਾਂ ਕਿ ਤੁਸੀਂ ਦੱਸਿਆ। ਸੋ ਇਹਦਾ ਇੰਪੈਕਟ ਜਿਹੜਾ ਪੂਰੀ ਦੁਨੀਆ ਦੇ ਉੱਤੇ। ਛੋਟੀ ਜਿਹੀ ਚੀਜ਼ ਹੋਰ ਮੈਂ ਐਡ ਕਰਨਾ ਚਾਹੁੰਦਾ ਖੰਨਾ ਸਾਹਿਬ ਇਹਦੇ ਵਿੱਚ, ਹੁਣ ਹਿੰਦੁਸਤਾਨ ਨੇ ਜਦੋਂ ਬੈਨ ਕੀਤਾ, ਤੁਸੀਂ ਬਿਲਕੁਲ ਠੀਕ ਉਚਾਰਿਆ ਜੀ, ਵੀ ਅਮਰੀਕਾ ਦੇ ਵਿੱਚ ਰੇਟ ਵਧਣੇ ਸ਼ੁਰੂ ਹੋ ਗਏ,
ਥਾਈਲੈਂਡ ਔਰ ਵੀਅਤਨਾਮ ਜਿੱਥੋਂ ਦੀ ਥੋੜਾ ਥੋੜਾ ਚਾਵਲ ਜਾਂਦਾ ਸੀ, ਉਹਨਾਂ ਦਾ ਵੀ ਸ਼ੇਅਰ ਹੈਗਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ, ਉਹਨਾਂ ਨੇ ਵੀ ਰੇਟ ਵਧਾਉਣੇ ਸ਼ੁਰੂ ਕਰਤੇ ਕਿਉਂਕਿ ਪ੍ਰੈਸ਼ਰ ਆ ਗਿਆ, ਚਾਵਲ ਦੇ ਉੱਤੇ ਪ੍ਰੈਸ਼ਰ ਆ ਗਿਆ। ਚਾਵਲ ਦੇ ਨਾਲ ਕੀ ਹੋਏਗਾ, ਚਾਵਲ ਨਹੀਂ ਜਾਏਗਾ, ਨੂਡਲਸ ਨਹੀਂ ਬਣਨਗੇ। ਅਮਰੀਕਾ ਦੇ ਵਿੱਚ ਜਿਹੜਾ ਫੋਡਰ ਹੈ, ਜਿਹੜਾ ਚਾਰਾ ਹੈ ਜਾਨਵਰਾਂ ਦਾ, ਉਹ ਮਹਿੰਗਾ ਹੋ ਜਾਏਗਾ ਕਿਉਂਕਿ ਉਹਦੇ ਚ ਵੀ ਚੌਲ ਕਿਤੇ ਨਾ ਕਿਤੇ ਯੂਜ਼ ਹੁੰਦਾ। ਤਾਂ ਇਹਦੇ ਨਾਲ ਇਨਫਲੇਸ਼ਨ ਦਾ ਇੱਕ ਹੋਰ ਦੌਰ ਚੱਲ ਪਏਗਾ। ਇਨਫਲੇਸ਼ਨ ਵਧੇਗੀ, ਫਿਰ ਅਮਰੀਕਾ ਨੂੰ ਵਿਆਜ ਦਰਾਂ ਵਧਾਉਣੀਆਂ ਪੈਣਗੀਆਂ, ਰੁਪਈਆ ਗਿਰੇਗਾ ਜਾਂ ਬਾਕੀ ਕੰਟਰੀਜ਼ ਦੀ ਕਰੰਸੀ ਜਿਹੜੀ ਹੈ ਗਿਰੇਗੀ। ਇਸ ਕਰਕੇ ਵਰਲਡ ਓਵਰ ਕੋਈ ਵੀ ਮੁਲਕ ਇਹ ਨਹੀਂ ਚਾਹੁੰਦਾ ਵੀ ਦੁਬਾਰਾ ਤੋਂ ਅਸੀਂ ਉਸੇ ਤਰਾਸਦੀ ਦੇ ਵਿੱਚ ਜਾਈਏ ਜੋ ਅਸੀਂ 6 ਮਹੀਨੇ ਪਹਿਲਾਂ ਦੇਖੀ ਸੀ। ਸੋ ਇਸ ਕਰਕੇ ਇਹ ਡੀਲ ਇੰਪੋਰਟੈਂਟ ਸੀ, ਜੋ ਬਲੈਕ ਸੀ ਗ੍ਰੇਨ ਡੀਲ, ਜਦੋਂ ਵਿੱਚੋਂ ਰਸ਼ੀਆ ਬਾਹਰ ਆ ਚੁੱਕਾ ਹੈ ਔਰ ਇਹਦੇ ਇੰਪੈਕਟ ਦੇਖਣ ਨੂੰ ਇਹ ਮਿਲਣਗੇ ਕਿ ਪੂਰੀ ਦੁਨੀਆ ਦੇ ਵਿੱਚ ਭੁੱਖਮਰੀ ਦੀ ਹਾਲਤ ਪੈਦਾ ਹੋ ਸਕਦੀ ਹੈ। ਸੋ ਦਾ ਕੁਐਸਚਨ ਇਜ਼ ਕਿ ਉਧਰ ਵਾਰ ਕੰਟੀਨਿਊ ਹੈ, ਵਾਰ ਕਿਉਂ ਨਹੀਂ ਸਟਾਪ ਕੀਤੀ ਜਾ ਰਹੀ? ਇਹ ਅਸੀਂ ਹਮੇਸ਼ਾ ਇਹਦੇ ਉੱਤੇ ਪ੍ਰੈਸ਼ਰਾਈਜ਼ ਕਰਦੇ ਰਹਿੰਦੇ ਹਾਂ ਆਪਣੇ ਇਸ ਪਲੇਟਫਾਰਮ ਤੋਂ ਵੀ, ਔਰ ਬਾਕੀ ਲੋਕ ਵੀ ਕਰ ਰਹੇ ਨੇ ਕਿ ਵਾਰ ਸ਼ੁੱਡ ਬੀ ਸਟਾਪਡ। ਇਸ ਨੂੰ ਫਿਊਲ ਕਰਨਾ ਕਿਉਂ ਸ਼ੁਰੂ ਕੀਤਾ ਹੋਇਆ ਹੈ ਨਾਟੋ ਕੰਟਰੀਜ਼ ਵੱਲੋਂ, ਔਰ ਇਹ ਜ਼ਿੱਦ ਕਾਹਦੀ ਹੈ? ਜਦੋਂ ਤੁਸੀਂ ਦੇਖਦੇ ਪਏ ਹੋ ਪੂਰੀ ਮਾਨਵਤਾ ਖਤਰੇ ਦੇ ਵਿੱਚ ਹੈ, 1 ਸਾਲ ਤੋਂ ਵੱਧ ਹੋ ਚੁੱਕਾ ਹੈ ਔਰ ਤੁਸੀਂ ਕਿਸੇ ਨਤੀਜੇ ਤੇ ਨਹੀਂ ਪਹੁੰਚਦੇ ਪਏ। ਔਰ ਐਕਸਪਰਟਸ ਕਹਿੰਦੇ ਨੇ ਕਿ ਰਸ਼ੀਆ ਇਹ ਵਾਰ ਨਹੀਂ ਜਿੱਤ ਸਕਦਾ, ਔਰ ਰਸ਼ੀਆ ਖੁਦ ਵੀ ਥੱਕ ਚੁੱਕਾ ਹੈ। ਕਿਉਂ ਨਹੀਂ ਜਿੱਤ ਸਕਦਾ? ਕਿਉਂਕਿ ਯੂਕਰੇਨ ਵੱਲੋਂ ਸੀਜ਼ ਫਾਇਰ ਨਹੀਂ ਹੋ ਰਿਹਾ, ਕਿਉਂਕਿ ਪਿੱਛੋਂ ਨਾਟੋ ਦਾ ਬੈਕਅਪ ਮਿਲ ਰਿਹਾ ਹੈ ਯੂਕਰੇਨ ਨੂੰ। ਔਰ ਯੂਕਰੇਨ ਦੇ ਜੋ ਰਾਸ਼ਟਰਪਤੀ ਨੇ ਉਹ ਵੀ ਵਲਾਦੀਮੀਰ ਦੋਵੇਂ। ਸੋ ਯੂਕਰੇਨ ਦੇ ਰਾਸ਼ਟਰਪਤੀ ਕਹਿੰਦੇ ਨੇ ਕਿ ਨਹੀਂ, ਮੈਨੂੰ ਹੋਰ ਹਥਿਆਰ ਦਿਓ, ਮੈਨੂੰ ਹੋਰ ਹਥਿਆਰ ਦਿਓ। ਬਿਲਕੁਲ ਇੱਕ ਜ਼ਿੱਦੀ ਬੱਚੇ ਵਾਕਨ, ਜੋ ਐਕਸਪਰਟਸ ਕਹਿੰਦੇ ਨੇ ਕਿ ਬਿਲਕੁਲ ਜ਼ਿੱਦੀ ਬੱਚੇ ਵਾਕਨ ਅੜ ਜਾਂਦੇ ਨੇ। ਸੋ ਦਿਸ ਇਜ਼ ਨਾਟ ਅ ਗੁੱਡ ਸਾਈਨ ਫॉर ਦ ਹੋਲ ਆਫ ਦ ਵਰਲਡ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਕਿ ਪੂਰੀ ਦੁਨੀਆ ਵਾਸਤੇ ਇੱਕ ਅੱਛਾ ਸੰਕੇਤ ਨਹੀਂ ਹੈ ਕਿ ਰਸ਼ੀਆ ਦੁਬਾਰਾ ਤੋਂ ਬਲੈਕ ਸੀ ਗ੍ਰੇਨ ਡੀਲ ਦੇ ਵਿੱਚ ਐਂਟਰ ਕਰ ਸਕਦਾ ਹੈ ਪੂਰੀ ਦੁਨੀਆ ਦੀ ਭਲਾਈ ਦੇ ਲਈ, ਤਾਂ ਕਿ ਕਿਤੇ ਭੁੱਖਮਰੀ ਦਾ ਪ੍ਰੋਬਲਮਸ ਖੜਾ ਨਾ ਹੋ ਜਾਏ। ਰਾਜੀਵ ਜੀ, ਦੇਖੋ ਰਸ਼ੀਆ ਦੇ ਨਾਲ ਸਰ ਹੋ ਕੀ ਰਿਹਾ ਕਿ ਇੱਕ ਜੀਓਪੋਲਿਟੀਕਲ ਫਰੰਟ ਜਿਹੜਾ ਡਿਵਾਈਡਡ ਹੋ ਚੁੱਕਾ ਹੈ। ਇੱਕ ਪਾਸੇ ਅਮਰੀਕਾ ਔਰ ਨੈਟੋ ਕੰਟਰੀਜ਼ ਹੈਗੀਆਂ, ਯੂਰਪੀਅਨ ਯੂਨੀਅਨ ਸਾਰੀ ਉਹਨਾਂ ਦੇ ਨਾਲ ਲੱਗੀ ਹੋਈ ਹੈ। ਜਿਹੜੇ ਉੱਥੇ ਦੇ ਮੁਲਕ ਨੇ, ਵੈਸਟਰਨ ਇਕਨੋਮੀਜ਼ ਜਿਹੜੀਆਂ ਨੇ, ਕੈਨੇਡਾ, ਅਮਰੀਕਾ, ਯੂਰਪ, ਇੰਗਲੈਂਡ, ਇਹ ਸਾਰੇ ਇੱਕ ਪਾਸੇ ਆ ਰਹੇ। ਦੂਜੇ ਪਾਸੇ ਕੀ ਬਣ ਰਿਹਾ? ਰਸ਼ੀਆ ਦੇ ਨਾਲ ਕੌਣ ਜੁੜ ਰਿਹਾ? ਕਿ ਰਸ਼ੀਆ ਨਾਲ ਜੁੜ ਰਿਹਾ ਜੀ ਚਾਈਨਾ, ਗਲਫ, ਜਿਹੜੇ ਵੀ ਦੁਬਈ, ਸਾਊਦੀ ਅਰੇਬੀਆ, ਇਹ ਮੁਲਕ ਜਿਹੜੇ ਨੇ ਇਹ ਜੁੜ ਰਹੇ ਨੇ। ਪਾਕਿਸਤਾਨ ਜੁੜ ਰਿਹਾ, ਈਰਾਨ ਜੁੜ ਰਿਹਾ। ਸੋ ਕਿਤੇ ਨਾ ਕਿਤੇ ਇੱਕ ਡਿਵਾਈਡਡ ਜਿਹੜੀ ਪੋਲਰਾਈਜੇਸ਼ਨ ਹੋ ਰਹੀ ਹੈ, ਇੱਕ ਚੀਜ਼। ਦੂਸਰੀ ਚੀਜ਼ ਜਿਹੜੀ ਹੈ, ਰਸ਼ੀਆ ਜੇ ਵਾਪਸ ਆਉਂਦਾ ਵੀ ਹੈ ਗ੍ਰੇਨ ਡੀਲ ਦੇ ਵਿੱਚ, ਸਾਫ ਸੁਥਰਾ ਨਹੀਂ ਆਏਗਾ, ਕੰਡੀਸ਼ਨਸ ਦੇ ਨਾਲ ਆਏਗਾ ਵੀ ਮੇਰੇ ਤੇ ਕੰਡੀਸ਼ਨਸ ਚੱਕੀਆਂ ਜਾਣ, ਸਵਿਫਟ ਦੇ ਵਿੱਚ ਮੈਨੂੰ ਲੈ ਕੇ ਆਇਆ ਜਾਏ, ਜਿਹਦੇ 'ਚ ਉਹਦਾ ਡਾਲਰ ਜਿਹੜਾ ਹੈਗਾ ਜਾਂ ਰਸ਼ੀਅਨ ਜਿਹੜੇ ਰੂਬਲ ਹੈ ਉਹ ਉਹਦੀ ਵੈਲਿਡਿਟੀ ਮੰਨੀ ਜਾਵੇ ਹਰ ਪਾਸੇ। ਦੂਸਰੀ ਚੀਜ਼ ਹੈ ਵੀ ਮੇਰੇ ਉੱਤੇ ਸੈਂਕਸ਼ਨਸ ਚੱਕੀਆਂ ਜਾਣ। ਸੋ ਕੰਡੀਸ਼ਨਸ ਦੇ ਨਾਲ ਆਏਗਾ ਕਿਉਂਕਿ ਰਸ਼ੀਆ ਨੂੰ ਇਸ ਵੇਲੇ ਇਹਨਾਂ ਦਾ ਸਾਥ ਮਿਲਣ ਦੀ ਬਹੁਤ ਜ਼ਿਆਦਾ ਉਮੀਦ ਹੈ। ਓਕੇ, ਸੋ ਰਸ਼ੀਆ, ਚਾਈਨਾ ਐਂਡ ਈਰਾਨ ਖਾਸ ਇੰਪੋਰਟੈਂਟ, ਇਹ 3 ਫਰੰਟਸ ਖੁੱਲ੍ਹਦੇ ਪਏ ਨੇ। ਇੱਕ ਵਧੀਆ ਫਰੈਂਡਸ਼ਿਪ, ਔਰ ਇਸ ਫਰੈਂਡਸ਼ਿਪ ਦੇ ਵਿੱਚ ਕਿਤੇ ਨਾ ਕਿਤੇ ਇੰਡੀਆ ਵੀ ਦਿਖਾਈ ਦਿੰਦਾ, ਪਰ ਇੰਡੀਆ ਇੱਦਾਂ ਖੁੱਲ੍ਹ ਕੇ ਸਪੋਰਟ ਨਹੀਂ ਕਰ ਰਿਹਾ ਕਿਉਂਕਿ ਇੰਡੀਆ ਦੀ ਫੋਰਨ ਪਾਲਿਸੀ ਸ਼ੁਰੂ ਤੋਂ ਹੀ ਇਹ ਰਹੀ ਹੈ, ਸਲੋ ਐਂਡ ਸਟੱਡੀ ਵਿਨਸ ਦ ਰੇਸ। ਹਮੇਸ਼ਾ ਆਪਣੀ ਰਫ਼ਤਾਰ ਨਾਲ ਤੁਰਦਾ ਹੈ। ਅਮਰੀਕਾ ਨੂੰ ਵੀ ਇਹ ਹੈ ਕਿ ਸਾਡਾ ਦੋਸਤ ਹੈ, ਰਸ਼ੀਆ ਨੂੰ ਵੀ ਇਹ ਹੈ ਕਿ ਸਾਡਾ ਦੋਸਤ ਹੈ। ਖੈਰ ਅਮਰੀਕਾ ਨਾਲ ਵੀ ਅੱਛੇ ਸੰਬੰਧ, ਰਸ਼ੀਆ ਨਾਲ ਵੀ ਅੱਛੇ ਸੰਬੰਧ, ਔਰ ਪਿੱਛੇ ਜੇ ਇਹ ਵੀ ਗੱਲ ਚੱਲੀ ਸੀ ਕਿ ਚੀਨ ਦੇ ਨਾਲ ਵੀ ਜਿਹੜੇ ਸਰਹੱਦੀ ਮਾਮਲਿਆਂ ਦੀ ਪ੍ਰੋਬਲਮਸ ਨੇ ਉਹ ਵੀ ਹੱਲ ਕੀਤੀਆਂ ਜਾਣ, ਬੈਠ ਕੇ ਭਰਾਤਰੀ ਭਾਵ ਦੇ ਨਾਲ, ਭਰਾ ਬਣ ਕੇ। ਜਿਵੇਂ ਪਹਿਲਾਂ ਕਹਿੰਦੇ ਸੀ ਹਿੰਦੀ ਚੀਨੀ ਭਾਈ ਭਾਈ, ਤੇ ਹੁਣ ਸ਼ਾਇਦ ਫਿਰ ਹਿੰਦੀ ਚੀਨੀ ਭਰਾ ਵਾਲਾ ਕਨਸੈਪਟ ਇੰਟਰੋਡਿਊਸ ਕਰਨਾ ਚਾਹੁੰਦੇ ਨੇ ਤਾਂ ਕਿ ਇਹ ਜਿਹੜੇ ਝਗੜੇ ਨੇ ਸਰਹੱਦ ਦੇ ਇਹ ਮਿਟਣ। ਹਾਲਾਂਕਿ ਬਿਜ਼ਨਸ ਦਾ ਤੇ ਕੰਮ ਚੱਲਦਾ ਹੀ ਪਿਆ ਇੰਡੀਆ ਔਰ ਰਸ਼ੀਆ ਔਰ ਅਮਰੀਕਾ ਔਰ ਚਾਈਨਾ ਦੇ ਵਿੱਚ। ਚਾਈਨਾ ਤੋਂ ਤਾਂ ਅਸੀਂ ਕਾਫੀ ਕੁਝ ਇੰਪੋਰਟ ਕਰਦੇ ਹਾਂ, ਬਲਕਿ ਪੂਰਾ ਵਰਲਡ ਹੀ ਇੰਪੋਰਟ ਕਰਦਾ ਹੈ। ਸੋ ਇੰਪੋਰਟ ਦੀ ਜਿਹੜੀ ਗੱਲ ਹੈ ਉਹਦੇ 'ਚ ਸਭ ਤੋਂ ਇੰਪੋਰਟੈਂਟ ਰਹਿੰਦਾ ਹੈ ਕਰੂਡ ਆਇਲ, ਕੱਚਾ ਤੇਲ। ਔਰ ਰਸ਼ੀਆ ਦੇ ਵਿੱਚ ਨੈਚੁਰਲ ਗੈਸ, ਕੱਚਾ ਤੇਲ ਕਾਫੀ ਮਾਤਰਾ ਦੇ ਵਿੱਚ ਹੈ ਔਰ ਇੰਡੀਆ ਵੀ ਮੰਗਵਾਉਂਦਾ ਹੈ। ਇੰਡੀਆ ਨੂੰ ਕਿਤੇ ਨਾ ਕਿਤੇ ਹੁਣ ਅਸਾਈਨਮੈਂਟਸ ਦੇ ਵਿੱਚ ਪ੍ਰੋਬਲਮ ਆਉਂਦੀ ਕਿਉਂਕਿ ਡਿਲੇ ਹੋ ਜਾਂਦੀ ਹੈ ਕਈ ਵਾਰ ਡਿਲੀਵਰੀ ਦੇ ਵਿੱਚ ਰਸ਼ੀਆ ਵੱਲੋਂ, ਕਿਉਂਕਿ ਰਸ਼ੀਆ ਵਾਰ ਦੇ ਵਿੱਚ ਇਨਵੋਲਵਡ ਹੈ। ਔਰ ਜੋ ਰਸ਼ੀਆ ਤੋਂ ਅਸੀਂ ਪੁਰਜ਼ੇ ਵੀ ਲੈਂਦੇ ਹਾਂ ਹਥਿਆਰਾਂ ਦੇ, ਉਹਦੇ ਵਿੱਚ ਵੀ ਕਈ ਵਾਰ ਡਿਲੇ ਹੋ ਜਾਂਦੀ ਹੈ ਡਿਊ ਟੂ ਵਾਰ। ਸੋ ਕਰੂਡ ਆਇਲ ਦੀ ਅਸੀਂ ਗੱਲ ਕਰਾਂਗੇ ਕਿ 3-4 ਮਹੀਨਿਆਂ ਤੋਂ ਬੋਇਲ ਕਰ ਰਹੇ ਨੇ, ਰੇਟਸ ਦੇ ਕਾਫੀ ਜ਼ਿਆਦਾ ਵੱਧ ਰਹੇ ਨੇ ਕੱਚੇ ਤੇਲ ਦੇ। ਵਾਟ ਇਜ਼ ਦਾ ਰੀਜ਼ਨ ਬਿਹਾਈਂਡ? ਦੇਖੋ ਜੀ,
ਇਹਦੇ ਦੋ ਰੀਜ਼ਨਸ ਆ ਸਰ। ਇੱਕ ਪਹਿਲਾ ਰੀਜ਼ਨ ਜਿਹੜਾ ਹੈ, ਚਾਈਨਾ ਦੇ ਵਿੱਚ ਜਿਹੜਾ ਰਿਸੈਸ਼ਨ ਆ ਚੁੱਕਾ ਹੈ। ਚਾਈਨਾ ਨੂੰ ਜੇ ਅਸੀਂ ਇਕਨੋਮੀ ਦੇਖੀਏ, ਚਾਈਨਾ ਜੇ ਐਕਸਪੋਰਟਰ ਹੈ ਇੱਕ ਪਾਸੇ, ਤੇ ਚਾਈਨਾ ਇੰਪੋਰਟਰ ਵੀ ਬਹੁਤ ਵੱਡਾ ਹੈ। ਚਾਈਨਾ ਦੇ ਵਿੱਚ ਵਰਲਡ ਓਵਰ ਮੈਟਲਸ ਦਾ, ਮਿਨਰਲਸ ਦਾ, ਕਰੂਡ ਦਾ ਸਭ ਤੋਂ ਜ਼ਿਆਦਾ ਉਪਯੋਗ ਹੁੰਦਾ। ਸੋ ਚਾਈਨਾ ਦੇ ਵਿੱਚ ਸਲੋ ਡਾਊਨ ਆਉਣ ਦਾ ਮਤਲਬ ਹੈ ਵੀ ਮਾਰਕੀਟ ਦੇ ਵਿੱਚ ਇਹਨਾਂ ਚੀਜ਼ਾਂ ਦੇ ਰੇਟ ਘਟ ਜਾਣੇ। ਲੇਕਿਨ ਸਾਊਦੀ ਅਰੇਬੀਆ ਨਹੀਂ ਚਾਹੁੰਦਾ ਕਿ, ਜਾਂ ਜਿਹੜੇ ਓਪੇਕ ਦੇ ਮੁਲਕ ਹੈ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਜਿਹੜੇ ਕਰੂਡ ਦੇ ਰੇਟ ਹੈ ਉਹ ਗਿਰਨ ਕਿਸੇ ਪਾਸੇ। ਸੋ ਇਸ ਕਰਕੇ ਉਹਨਾਂ ਨੇ ਆਪਣੀ ਸਪਲਾਈ ਗਿਰਾਤੀ ਹੈ। ਉਹਨਾਂ ਨੇ ਕਿਹਾ ਵੀ ਅਸੀਂ ਸਪਲਾਈ ਘਟਾ ਦਾਂਗੇ। ਪਹਿਲਾਂ ਰਸ਼ੀਆ ਜਿਹੜਾ ਸੀਗਾ ਉਹ ਉਹਦੇ ਤੇ ਸੈਂਕਸ਼ਨਸ ਕਾਰਨ $60 ਪ੍ਰਤੀ ਬੈਰਲ ਸੀਗਾ, ਤਾਂ ਉਹ 60 ਤੋਂ ਵੀ ਘੱਟ ਦੇ ਰਿਹਾ ਸੀ, ਜਦਕਿ ਮਾਰਕੀਟ ਦੇ ਵਿੱਚ ਰੇਟ ਜਿਹੜਾ ਸੀ $70-75 ਪ੍ਰਤੀ ਬੈਰਲ ਸੀ। ਲੇਕਿਨ ਹੁਣ ਸਾਊਦੀ ਅਰੇਬੀਆ ਤੇ ਓਪੇਕ ਨੇ ਰਸ਼ੀਆ ਨੂੰ ਮਨਾ ਲਿਆ, ਉਹ ਵੀ ਆਪਣੇ ਰੇਟ ਵਧਾਉਣ ਅਤੇ ਸਪਲਾਈ ਘਟਾਉਣ ਦੇ ਲਈ ਮੰਨ ਗਿਆ। ਇਸ ਕਰਕੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਹਦੇ ਰੇਟ ਜਿਹੜੇ ਨੇ ਵਧਨੇ ਸ਼ੁਰੂ ਹੋ ਗਏ ਹੈ। ਦੂਸਰੀ ਚੀਜ਼ ਜਿਹੜੀ ਹੈ, ਜਿਹੜਾ ਅਮਰੀਕਾ ਦੇ ਵਿੱਚ ਆਪਾਂ ਪਹਿਲੇ ਭਾਗ ਦੇ ਵਿੱਚ ਗੱਲ ਕੀਤੀ ਵੀ ਅਮਰੀਕਾ ਦੇ ਵਿੱਚ ਜਿਹੜਾ ਰਿਸੈਸ਼ਨ ਨਹੀਂ ਆ ਰਿਹਾ, ਉਹਦੇ ਕਰਕੇ ਵੀ ਕੀ ਹੋ ਰਿਹਾ ਕਿ ਤੇਲ ਦੇ ਜਿਹੜੇ ਰੇਟ ਹੈ ਉਹ ਵਧੀ ਜਾ ਰਹੇ, ਕਿਉਂਕਿ ਅਮਰੀਕਾ ਦੇ ਵਿੱਚ ਸਪਲਾਈ ਜਿਹੜੀ ਹੈ ਉਹ ਅਮਰੀਕਾ ਦੇ ਵਿੱਚ ਸਪਲਾਈ ਉਹਨੂੰ ਲਗਾਤਾਰ ਚਾਹੀਦੀ ਹੈ। ਇਸ ਕਰਕੇ ਵੀ ਰੇਟ ਜਿਹੜੇ ਨੇ ਇਹਦੇ ਬੋਇਲ ਹੋਣਾ ਸ਼ੁਰੂ ਹੋ ਗਏ ਆ, ਤਪਨੇ ਸ਼ੁਰੂ ਹੋ ਗਏ ਆ, ਵਧਨੇ ਸ਼ੁਰੂ ਹੋ ਗਏ ਆ। ਇਹ ਕੁਝ ਕਾਰਨ ਹੈ ਜਿਹਦੇ ਨਾਲ ਕਰੂਡ ਦੇ ਰੇਟ ਜਿਹੜੇ ਨੇ ਵਰਲਡ ਓਵਰ ਇਸ ਵੇਲੇ $82-83 ਪ੍ਰਤੀ ਬੈਰਲ ਬ੍ਰੈਂਟ ਜਿਹੜਾ ਹੈ ਵਿਕਣਾ ਸ਼ੁਰੂ ਹੋ ਗਿਆ। ਇੱਕ ਉਹਦੇ ਚਾਈਨਾ ਦਾ ਫੈਕਟਰ ਹੈ, ਚਾਈਨਾ ਜਿਹੜਾ ਹੈ ਉਹਦੇ ਸਲੋ ਡਾਊਨ ਆਇਆ, ਉਸ ਦੇ ਕਰਕੇ ਜਿਹੜਾ ਰਸ਼ੀਆ ਔਰ ਓਪੇਕ ਹੈ ਉਹਨਾਂ ਨੇ ਆਪਣੇ ਹੱਥ ਖਿੱਚ ਲਏ। ਦੂਸਰਾ ਇਹਦਾ ਮੇਜਰ ਫੈਕਟਰ ਜਿਹੜਾ ਅਮਰੀਕਾ ਦੇ ਵਿੱਚ ਰਿਸੈਸ਼ਨ ਨਹੀਂ ਆ ਰਿਹਾ, ਉਹਦੇ ਕਰਕੇ ਵੀ ਉੱਥੇ ਸਪਲਾਈ ਜਿਹੜੀ ਹੈ ਲਗਾਤਾਰ ਬਣੀ ਹੋਈ ਹੈ, ਡਿਮਾਂਡ ਉੱਥੇ ਜ਼ਿਆਦਾ ਹੈ ਤਾਂ ਵੀ ਰੇਟ ਜ਼ਿਆਦਾ। ਸੋ ਇੰਡੀਆ ਕਾਫੀ ਵੱਡਾ ਇੰਪੋਰਟਰ ਹੈ ਰਸ਼ੀਆ ਤੋਂ। ਆਇਲ ਦਾ ਇੰਪੋਰਟ ਬਹੁਤ ਜ਼ਿਆਦਾ ਕਰਦਾ ਹੈ ਔਰ ਉਸ ਨੂੰ ਰਿਫਾਈਨ ਕਰਕੇ, ਕਿਉਂਕਿ ਕੱਚਾ ਤੇਲ ਲੈਂਦਾ ਹੈ, ਉਸ ਨੂੰ ਰਿਫਾਈਨ ਕਰਕੇ ਐਕਸਪੋਰਟ ਵੀ ਕਰਦਾ ਹੈ ਔਰ ਕਾਫੀ ਪੈਸਾ ਕਮਾਉਂਦਾ ਹੈ। ਇਹ ਵੀ ਇੱਕ ਬਿਜ਼ਨਸ ਇਕੁਏਸ਼ਨ ਹੈ। ਸੋ ਡਾਇਰੈਕਟਲੀ ਮੈਂ ਤੁਹਾਨੂੰ ਜੇ ਸਵਾਲ ਪੁੱਛਾਂ, ਇੰਡੀਆ ਦੀ ਇਕਨੋਮੀ ਦੇ ਉੱਤੇ ਕੀ ਅਸਰ ਹੋਣ ਵਾਲਾ ਹੈ ਜੋ ਕਰੂਡ ਆਇਲ ਦੇ ਰੇਟਸ ਵੱਧਦੇ ਪਏ ਨੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ? ਰਾਜੀਵ ਜੀ। ਹਿੰਦੁਸਤਾਨ ਹਜੇ ਤੱਕ ਫਾਇਦੇ ਦੇ ਵਿੱਚ ਸੀਗਾ, ਕਿਉਂਕਿ ਅਸੀਂ ਸਾਡੀਆਂ ਰਿਫਾਈਨਰੀਜ਼ ਜਿਹੜੀਆਂ ਨੇ, ਚਾਹੇ ਉਹ ਨਾਇਰਾ ਹੈ, ਚਾਹੇ ਉਹ ਰਿਲਾਇੰਸ ਹੈ, ਜਾਂ ਜਿਹੜੀਆਂ ਸਾਡੀਆਂ ਪਬਲਿਕ ਸੈਕਟਰ ਦੀਆਂ ਰਿਫਾਈਨਰੀਜ਼ ਨੇ, ਇਹ ਤੇਲ ਰਸ਼ੀਆ ਤੋਂ ਸਸਤਾ ਲੈਂਦੀਆਂ ਸੀ ਔਰ ਇਹਨੂੰ ਰਿਫਾਈਨ ਕਰਕੇ ਯੂਰਪ ਵੱਲ ਨੂੰ ਭੇਜ ਰਹੀਆਂ ਸੀ। ਇਸ ਕਰਕੇ ਹਿੰਦੁਸਤਾਨ ਦੀਆਂ ਕੰਪਨੀਆਂ ਨੂੰ ਬੜੇ ਫਾਇਦੇ ਹੋਏ ਆ, ਔਰ ਜਿਹੜਾ ਆਇਲ ਮਾਰਕੀਟਿੰਗ ਕੰਪਨੀਆਂ ਨੇ ਜਾਂ ਰਿਫਾਈਨਰੀਜ਼ ਨੇ, ਪਬਲਿਕ ਔਰ ਪ੍ਰਾਈਵੇਟ ਸੈਕਟਰ ਦੋਨਾਂ ਨੇ ਮੁਨਾਫਾ ਖੱਟਿਆ। ਇਹਦੇ ਉੱਤੇ ਸਰਕਾਰ ਨੇ ਵਿੰਡਫਾਲ ਟੈਕਸ ਲਾਤਾ, ਉਹਦੇ ਕਰਕੇ ਕੀ ਹੋਇਆ, ਸਰਕਾਰ ਨੂੰ ਵੀ ਫਾਇਦਾ ਹੋਇਆ, ਆਮ ਲੋਕਾਂ ਨੂੰ ਇਹਦਾ ਫਾਇਦਾ ਨਹੀਂ ਪਹੁੰਚਿਆ। ਈਵਨ ਜਦੋਂ ਤੇਲ ਜਿਹੜਾ $70-75 ਤੇ ਸੀ ਪ੍ਰਤੀ ਬੈਰਲ, ਉਦੋਂ ਵੀ ਹਿੰਦੁਸਤਾਨੀਆਂ ਨੂੰ, ਆਮ ਲੋਕਾਂ ਨੂੰ ਸਰਕਾਰ ਨੇ ਇਹਦੀ ਕੋਈ ਵੀ ਛੋਟ ਨਹੀਂ ਦਿੱਤੀ। ਅਸੀਂ ਦੇਖਿਆ ਵੀ ਹਿੰਦੁਸਤਾਨ ਦੇ ਵਿੱਚ ਤੇਲ ਦੇ ਰੇਟ ਸੇਮ ਰਹੇ ਨੇ। ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਏਗਾ, ਹੁਣ ਇਲੈਕਸ਼ਨਾਂ ਦੇ ਕਰਕੇ, ਭਾਵੇਂ ਕਿਉਂਕਿ 5 ਸੂਬਿਆਂ ਦੇ ਜਿੱਦਾਂ ਚੋਣਾਂ ਸਾਹਮਣੇ ਖੜੀਆਂ ਨੇ, ਤਾਂ ਉੱਥੇ ਉਸ ਦੇ ਕਰਕੇ ਹੋ ਸਕਦਾ ਵੀ ਸਰਕਾਰ ਕਿਤੇ ਨਾ ਕਿਤੇ ਰੇਟ ਗਿਰਾ ਦੇਵੇ। ਲੇਕਿਨ ਅਦਰਵਾਈਜ਼ ਇਦਾਂ ਮੁਸ਼ਕਿਲ ਲੱਗ ਰਿਹਾ ਵੀ ਜਦੋਂ ਰੇਟ ਵੱਧ ਰਹੇ ਹੈ ਔਰ ਸਰਕਾਰ ਇੱਥੇ ਤੇਲ ਜਿਹੜਾ ਹੈ ਉਹਦੇ ਰੇਟ ਹਿੰਦੁਸਤਾਨ ਦੇ ਵਿੱਚ ਆਮ ਲੋਕਾਂ ਲਈ ਗਿਰਾ ਦੇ, ਉਹ ਔਖਾ ਲੱਗ ਰਿਹਾ। ਰਾਜੀਵ ਜੀ, ਇੱਕ ਲਾਸਟ ਕੁਐਸਚਨ ਜਿਹਦਾ ਇੱਕ ਬਰੀਫ ਆਨਸਰ ਤੁਹਾਡੇ ਕੋਲੋਂ ਚਾਹਾਂਗਾ ਕਿ 2024 ਦੀਆਂ ਇਲੈਕਸ਼ਨਸ ਡਿਊ ਨੇ ਇੰਡੀਆ ਦੇ ਵਿੱਚ ਵੀ ਤੇ ਅਮਰੀਕਾ ਦੇ ਵਿੱਚ ਵੀ। ਸੋ ਇੰਡੀਆ ਦੇ ਵਿੱਚ ਆਪਣੇ ਹਾਲਾਤ ਨੇ ਜਿਸ ਨੂੰ ਕਾਬੂ ਕਰਨ ਵਾਸਤੇ ਇੰਡੀਅਨ ਗਵਰਨਮੈਂਟ ਜ਼ਰੂਰ ਕੋਸ਼ਿਸ਼ ਕਰੇਗੀ ਤਾਂ ਕਿ ਉਹਦਾ ਮਾੜਾ ਅਸਰ ਨਾ ਪਵੇ 2024 ਦੀਆਂ ਇਲੈਕਸ਼ਨਸ ਦੇ ਉੱਤੇ। ਪਰ ਆਪਾਂ ਸ਼ੁਰੂਆਤ 'ਚ ਗੱਲ ਕੀਤੀ ਕਿ ਅਮਰੀਕਨ ਪ੍ਰਸ਼ਾਸਨ ਯਾਨੀ ਕਿ ਬਾਈਡਨ ਪ੍ਰਸ਼ਾਸਨ ਚਾਹੁੰਦਾ ਕਿ ਅਮਰੀਕਾ ਦੇ ਵਿੱਚ ਮੰਦੀ ਆਵੇ। ਸੋ ਇਸ ਦਾ ਕੋਈ ਇਲੈਕਸ਼ਨਸ ਦੇ ਉੱਤੇ ਵੀ ਅਸਰ ਪਾਏਗਾ 2024 ਦੀਆਂ, ਕਿਉਂਕਿ ਬਿਜ਼ਨਸ ਆਪਣੀ ਜਗ੍ਹਾ ਹੈ, ਇਲੈਕਸ਼ਨਸ ਐਂਡ ਪੋਲਿਟਿਕਸ ਆਪਣੀ ਜਗ੍ਹਾ ਹੈ। ਰਾਜੀਵ ਜੀ। ਹਿੰਦੁਸਤਾਨ ਦੇ ਵਿੱਚ ਤਾਂ ਪੈ ਰਿਹਾ ਹੈ ਸਰ। ਜਿੱਥੇ ਤੱਕ ਹਿੰਦੁਸਤਾਨ ਦਾ ਸਵਾਲ ਹੈ, ਹਿੰਦੁਸਤਾਨ ਦੇ ਵਿੱਚ ਜਦੋਂ ਅਸੀਂ ਗਰੋਥ ਦੇ ਅੰਕੜੇ ਦੇਖਦੇ ਹਾਂ 2021, 22, 23, 24, ਜਦੋਂ ਅਸੀਂ ਇਹ ਅੰਕੜੇ ਦੇਖਦੇ ਹਾਂ, ਪਹਿਲਾਂ 9% ਦੀ ਗਰੋਥ ਸੀ, ਫਿਰ ਪਿਛਲੇ ਸਾਲ 7.2% ਦੀ ਆਈ ਹੈ। ਐਤਕੀ ਦੇ ਜਿਹੜੇ ਅੰਦਾਜ਼ੇ ਆ ਰਹੇ ਨੇ, ਜਿਹੜੇ ਫੋਰਕਾਸਟ ਆ ਰਹੇ ਨੇ, ਐਸਟੀਮੇਟਸ ਆ ਰਹੇ ਨੇ, ਰਿਜ਼ਰਵ ਬੈਂਕ ਕਹਿ ਰਿਹਾ 6.5% ਦਾ, IMF ਨੇ ਕਿਹਾ 6.1% ਦਾ। ਤਾਂ ਹਿੰਦੁਸਤਾਨ ਦਾ ਗਰੋਥ ਜਿਹੜਾ ਹੈ ਚਾਰਟ ਲਗਾਤਾਰ ਥੱਲੇ ਜਾ ਰਿਹਾ। ਗਰੋਥ ਚਾਰਟ ਥੱਲੇ ਜਾਣ ਦਾ ਮਤਲਬ ਹੈ
ਨੌਕਰੀਆਂ ਦਾ ਨਾ ਵਧਣਾ, ਬਿਜ਼ਨੈਸਿਸ ਦਾ ਮੰਦਵਾੜੇ ਦੇ ਵਿੱਚ ਖਿਸਕ ਜਾਣਾ। ਸੋ ਹਿੰਦੁਸਤਾਨ ਦੀ ਇਲੈਕਸ਼ਨਸ ਦੇ ਉੱਤੇ ਮੋਦੀ ਸਰਕਾਰ ਨੂੰ ਇਹਦੇ ਉੱਤੇ ਜਵਾਬ ਦੇਣਾ ਔਖਾ ਹੋਏਗਾ। ਪਹਿਲੀ ਗੱਲ, ਅਮਰੀਕਾ ਦੇ ਵਿੱਚ ਜੋ ਨਹੀਂ ਚਾਹੁੰਦੇ, ਜੋ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਬਿਲਕੁਲ ਉਹਦੇ ਵਿਪਰੀਤ ਹੋ ਰਿਹਾ। ਉੱਥੇ ਕੀ ਹੋ ਰਿਹਾ ਕਿ ਉਹ ਚਾਹੁੰਦੇ ਆ ਵੀ ਥੋੜਾ ਮੰਦਵਾੜਾ ਆ ਜਾਵੇ, ਰਿਸੈਸ਼ਨ ਆ ਜਾਵੇ, ਲੇਕਿਨ ਉੱਥੇ ਆ ਨਹੀਂ ਰਿਹਾ। ਬਾਈਡਨ ਸਰਕਾਰ ਇਸ ਚੀਜ਼ ਦਾ ਫਾਇਦਾ ਲੈ ਸਕਦੀ ਹੈ ਵੀ ਅਸੀਂ ਜਦੋਂ ਏਡੇ ਰੇਟ ਆਫ ਇੰਟਰਸਟ ਹਾਈ ਸੀ, ਉਸ ਦੇ ਬਾਵਜੂਦ ਸਾਡੇ ਇਕਨੋਮੀ ਦੇ ਵਿੱਚ ਸਾਡੀਆਂ ਨੀਤੀਆਂ ਦੇ ਕਾਰਨ ਉੱਥੇ ਵਿਆਜ ਜਿਹੜਾ ਹੈ, ਉਹ ਉੱਥੇ ਦੀ ਗਰੋਥ ਰੇਟ ਜਿਹੜੀ ਹੈ ਜ਼ਿਆਦਾ ਰਹੀ ਹੈ ਵਿਆਜ ਵਧਣ ਦੇ ਬਾਵਜੂਦ। ਓਕੇ, ਯਾਨੀ ਕਿ ਮੰਦੀ ਦਾ ਫਾਇਦਾ ਬਾਈਡਨ ਸਰਕਾਰ ਨੂੰ ਹੋਏਗਾ। ਬਿਲਕੁਲ ਠੀਕ ਹੈ ਜੀ। ਓਕੇ ਮੰਦੀ ਦਾ ਫਾਇਦਾ ਵੀ ਹੁੰਦਾ ਹੈ, ਇਹ ਵੀ ਆਪਣੇ ਆਪ ਦੇ ਵਿੱਚ ਇਕਨੋਮੀ ਦੀਆਂ ਕਈ ਟਰਮਸ ਨੇ, ਕਈ ਗੇਮਸ ਨੇ ਜੋ ਖੇਡੀਆਂ ਜਾਂਦੀਆਂ ਨੇ। ਬਹੁਤ ਬਹੁਤ ਸ਼ੁਕਰੀਆ ਰਾਜੀਵ ਜੀ, ਬੜਾ ਇੰਟਰਸਟਿੰਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਨਾ, ਬੜਾ ਐਨਲਾਈਟਨ ਰਿਹਾ। ਥੈਂਕ ਯੂ ਸੋ ਮਚ ਰਾਜੀਵ ਜੀ। ਥੈਂਕ ਯੂ ਵੈਰੀ ਮਚ ਸਰ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।